ਵੈਲਕਮ ਟੂ ਮਹਿਲ ਕਲਾਸਿਸ। ਕਲਾਸ 10th ਦੇ ਸ਼ੀਟ ਨੰਬਰ 2 ਡੇ 5 ਤੋਂ ਲੈ ਕੇ ਡੇ 8 ਤੱਕ ਦਾ ਕੰਮ। ਬੇਟਾ ਅੱਜ ਆਪਾਂ ਜੋ ਡੇ 1 ਦੇ ਵਿੱਚ ਸਿੱਖਿਆ ਸੀ ਪਰਿਮੇਯ ਅਤੇ ਅਪਰਿਮੇਯ ਸੰਖਿਆਵਾਂ, ਉਹਨਾਂ ਨੂੰ ਹੀ ਥੋੜ੍ਹਾ ਅੱਗੇ ਲੈ ਕੇ ਚੱਲਦੇ ਹਾਂ। ਫਸਟ ਕੁਐਸਚਨ ਦੇ ਵਿੱਚ ਦੇਖੋ, ਪਰਿਮੇਯ ਅਤੇ ਅਪਰਿਮੇਯ ਸੰਖਿਆਵਾਂ ਦੀਆਂ ਤਿੰਨ ਉਦਾਹਰਨਾਂ ਦਿਓ। ਤਾਂ ਆਪਾਂ ਤਿੰਨ ਉਦਾਹਰਨਾਂ ਦੇਖੋ, ਪਹਿਲਾਂ ਆਪ ਸੋਚ ਲਓ, ਫਿਰ ਆਪਾਂ ਇੱਥੇ ਲਿਖਣਾ ਸ਼ੁਰੂ ਕਰਦੇ ਹਾਂ। ਰੈਸ਼ਨਲ ਨੰਬਰ ਮੈਂ ਤੁਹਾਨੂੰ ਕੀ ਦੱਸਿਆ ਸੀ, ਜਿਨ੍ਹਾਂ ਨੂੰ ਆਪਾਂ ਵਟਿਆਂ 'ਚ ਲਿਖ ਸਕਦੇ ਹਾਂ। ਇੱਦਾਂ ਦੀਆਂ ਵੀ ਤੁਸੀਂ ਉਦਾਹਰਨਾਂ ਦੇ ਸਕਦੇ ਹੋ, ਠੀਕ ਹੈ। ਜਾਂ ਜਿਨ੍ਹਾਂ ਦਾ ਦਸ਼ਮਲਵ ਵਿਸਤਾਰ ਸ਼ਾਂਤ ਹੁੰਦਾ ਹੈ, ਉਸ ਤਰ੍ਹਾਂ ਦੀ ਉਦਾਹਰਣ ਦੇ ਸਕਦੇ ਹੋ। ਜਾਂ ਫਿਰ ਜਿਹਦਾ ਵਰਗਮੂਲ ਨਿਕਲ ਸਕਦਾ ਹੈ, ਉਸ ਤਰ੍ਹਾਂ ਦੀ ਉਦਾਹਰਣ ਵੀ ਦੇ ਸਕਦੇ ਹੋ। ਅਪਰਿਮੇਯ ਸੰਖਿਆਵਾਂ, ਤਾਂ ਇਹਦਾ ਆਪਾਂ ਡੈਫੀਨੇਸ਼ਨ ਦੇ ਅਕੋਰਡਿੰਗ ਵਟਿਆਂ ਵਾਲੀ ਸੰਖਿਆ ਤਾਂ ਲਿਖ ਹੀ ਨਹੀਂ ਸਕਦੇ, ਆਪਾਂ ਉਸ ਤਰ੍ਹਾਂ ਦਾ ਦਸ਼ਮਲਵ ਵਿਸਤਾਰ ਲਿਖਾਂਗੇ ਜਿਹੜਾ ਆਪਣੇ ਆਪ ਨੂੰ ਦੁਹਰਾਉਂਦਾ ਹੀ ਨਹੀਂ। ਇੱਕ ਮਿੰਟ ਬੇਟੇ, ਇਹਦੇ ਵਿੱਚ 0.2 ਨਾਲ 1 0, ਫਿਰ 2 ਜ਼ੀਰੋਆਂ, ਫਿਰ 3 ਜ਼ੀਰੋਆਂ ਅਤੇ 100 on, ਮਤਲਬ ਇਹ ਆਪਣੇ ਆਪ ਨੂੰ ਨਾ ਦੁਹਰਾ ਰਿਹਾ ਅਤੇ ਨਾ ਖਤਮ ਹੋ ਰਿਹਾ, ਅਪਰਿਮੇਯ ਸੰਖਿਆ। ਜਾਂ ਫਿਰ ਵਰਗਮੂਲ 2, ਜਿਹਦਾ ਵਰਗਮੂਲ ਸਕੁਏਅਰ ਰੂਟ ਨਿਕਲਦਾ ਹੀ ਨਹੀਂ। √5, ਜਿਹਦਾ ਵਰਗਮੂਲ ਨਿਕਲਦਾ ਹੀ ਨਹੀਂ। ਤਾਂ ਇਹ ਆਪਣੇ ਕੋਲ ਹੋ ਜਾਣਗੀਆਂ ਅਪਰਿਮੇਯ ਸੰਖਿਆਵਾਂ ਦੀਆਂ ਉਦਾਹਰਨਾਂ। ਦੇਖੋ ਪਹਿਲਾ ਕੁਐਸਚਨ ਸਮਝ ਆ ਗਿਆ। ਹੁਣ ਆਪਾਂ ਆਉਂਦੇ ਹਾਂ ਇਸ ਦੀ ਅਸਾਈਨਮੈਂਟ 'ਤੇ। ਹੁਣ ਇਸ ਦੀ ਅਸਾਈਨਮੈਂਟ 'ਚ ਆਪਾਂ ਨੂੰ ਦੱਸਿਆ ਸੀ ਕਿ √2 ਤੁਹਾਨੂੰ ਸੰਖਿਆ ਰੇਖਾ ਦੇ ਵਿੱਚ ਦਿਖਾਇਆ ਗਿਆ। √5 ਨੂੰ ਸੰਖਿਆ ਰੇਖਾ 'ਤੇ ਦਰਸਾਉਣ ਦੀ ਕੋਸ਼ਿਸ਼ ਕਰੋ। ਇਹ ਕੁਐਸਚਨ ਬੇਟਾ ਮੈਂ ਅਲੱਗ ਵੀਡੀਓ ਬਣਾ ਕੇ ਤੁਹਾਨੂੰ ਸੈਂਡ ਕਰੂੰਗੀ, ਕਿਉਂਕਿ ਇਹਦੇ ਵਿੱਚ ਆਪਾਂ ਨੂੰ ਜਮੈਟਰੀਕਲ ਟੂਲਸ ਯਾਨੀ ਕਿ ਪ੍ਰਕਾਰ, ਪੈਨਸਿਲ, ਸਕੇਲ ਇਹਦੀ ਜ਼ਰੂਰਤ ਪਏਗੀ, ਠੀਕ ਹੈ ਜੀ। ਹੁਣ ਆਪਾਂ ਆਉਂਦੇ ਹਾਂ ਇਸਦੇ ਡੇ 6 ਦੇ ਕੰਮ 'ਤੇ। ਇਹਦੇ ਵਿੱਚ ਹੈ, ਜਾਂਚ ਕਰੋ ਕਿ ਹੇਠਾਂ ਦਿੱਤੀਆਂ ਸੰਖਿਆਵਾਂ ਪਰਿਮੇਯ ਹਨ ਜਾਂ ਅਪਰਿਮੇਯ ਹਨ। ਸੋਲਵ ਐਂਡ ਚੈੱਕ ਵੈਦਰ ਦਾ ਫੋਲੋਇੰਗ ਨੰਬਰਸ ਆਰ ਰੈਸ਼ਨਲ ਔਰ ਇਰਰੈਸ਼ਨਲ। ਅਤੇ ਇਹਦੇ ਵਿੱਚ ਫਸਟ ਕੁਐਸਚਨ ਹੈ ਆਪਣੇ ਕੋਲੇ, √5 ਨੂੰ ਆਪਾਂ ਗੁਣਾ ਕਰਨੀ ਹੈ 3 √5 ਨਾਲ। ਤਾਂ ਇਹਦੇ ਵਿੱਚ ਜੋ ਅੰਡਰ ਦੇ ਬਾਹਰ ਵਾਲੀ ਰਕਮ ਹੈ ਉਹ ਬਾਹਰ ਵਾਲੀ ਰਕਮ ਨਾਲ ਹੀ ਗੁਣਾ ਕਰਨੀ ਹੈ, ਮਤਲਬ 3 ਏਕਮ 3, ਅਤੇ ਅੰਡਰ ਦੇ ਅੰਦਰ ਵਾਲੀ ਰਕਮ ਨੂੰ ਆਪਾਂ ਅੰਦਰ ਵਾਲੀ ਰਕਮ ਨਾਲ ਹੀ ਗੁਣਾ ਕਰਨਾ ਹੈ। ਤਾਂ ਜਦੋਂ ਇਹਨੂੰ ਅੰਦਰ ਗੁਣਾ ਕਰਾਂਗੇ, ਇਹਦੇ ਹੁਣ 2-3 ਤਰੀਕੇ ਨੇ ਬੇਟੇ, ਧਿਆਨ ਨਾਲ ਸਿੱਖ ਲਓ। ਇੱਕ ਤਾਂ ਇਹ ਹੁੰਦਾ ਵੀ ਆਪਾਂ ਇਹਨੂੰ ਅੰਦਰਲੇ ਪਾਸੇ ਗੁਣਾ ਕਰਤੀ, 25 ਬਣ ਗਿਆ, ਤਾਂ 25 ਪੂਰਨ ਵਰਗ ਸੰਖਿਆ ਤਾਂ ਉਹਦਾ 5 ਬਾਹਰ ਆ ਗਿਆ, ਅਤੇ ਇਹਦਾ ਉੱਤਰ ਆਊਗਾ 15, ਠੀਕ। ਦੂਸਰਾ ਤਰੀਕਾ ਕੀ ਹੈ ਕਿ ਆਪਾਂ ਸਿੱਖਿਆ ਹੋਇਆ ਵੀ ਬਾਹਰਲਾ ਅੱਖਰ ਦਾ ਬਾਹਰਲੇ ਨਾਲ ਗੁਣਾ ਕਰਤਾ, ਪਰ ਜਦੋਂ √ ਵਾਲੇ ਸੇਮ ਸੰਖਿਆ ਨੂੰ ਆਪਾਂ ਸੇਮ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਮੈਥੇਮੈਟੀਕਲੀ ਇਹਦਾ ਇਹ ਰੂਟ ਕੱਟਿਆ ਜਾਂਦਾ ਤਾਂ ਆਪਣੇ ਕੋਲ ਸਿਰਫ 5 ਬਚਦਾ, ਅਤੇ ਇਹਦਾ ਆਨਸਰ ਆਊਗਾ 15। ਹੁਣ ਇਹਨੂੰ ਵੀ ਮੈਂ ਹੋਰ ਵਿਸਤਾਰ ਨਾਲ ਦੱਸ ਦਿੰਦੀ ਹਾਂ ਵੀ √ ਕਿਵੇਂ ਕੱਟਿਆ ਜਾਂਦਾ। ਜਦੋਂ ਆਪਾਂ ਇਹ ਲਿਖਦੇ ਹਾਂ √5, ਤਾਂ ਇਹਦਾ ਮਤਲਬ ਕੀ ਹੁੰਦਾ, 5 ਦੀ ਘਾਤ 1/2, ਠੀਕ ਹੈ। ਜਦੋਂ ਆਪਾਂ 5 ਦੀ ਘਾਤ 1/2 ਨੂੰ 5 ਦੀ ਘਾਤ 1/2 ਨਾਲ ਹੀ ਗੁਣਾ ਕਰਦੇ ਹਾਂ, ਮਤਲਬ ਇੱਕ ਹੋਰ √ ਨਾਲ ਗੁਣਾ ਕਰਦੇ ਹਾਂ, ਤਾਂ ਆਪਾਂ 8ਵੀਂ ਦੇ ਵਿੱਚ ਰੂਲ ਸਿੱਖਿਆ ਸੀ ਕਿ ਘਾਤਾਂ ਜੁੜ ਜਾਂਦੀਆਂ ਨੇ ਜਦੋਂ ਆਧਾਰ ਬਰਾਬਰ ਹੁੰਦੇ ਨੇ। ਹੁਣ ਇਹਨਾਂ ਘਾਤਾਂ ਨੂੰ ਆਪਾਂ ਜੋੜਾਂਗੇ, ਹਾਫ ਅੱਧਾ ਜੁੜ ਗਿਆ ਤਾਂ ਕਿੰਨਾ ਬਣੂਗਾ 1, ਤਾਂ ਵੀ ਤਾਂ ਆਨਸਰ ਕਿੰਨਾ ਆਇਆ 5। ਇਸੇ ਕਰਕੇ ਆਪਾਂ ਇਹਨੂੰ ਆਪਣੀ ਭਾਸ਼ਾ ਦੇ ਵਿੱਚ ਇੱਦਾਂ ਯਾਦ ਰੱਖ ਲੈਂਦੇ ਹੁੰਦੇ ਹਾਂ ਕਿ ਜੇ ਸੇਮ √ ਵਾਲੀ ਸੰਖਿਆ ਨੂੰ ਸੇਮ ਉਸ ਨਾਲ ਗੁਣਾ ਕਰਦੇ ਹਾਂ ਤਾਂ ਉਹਨਾਂ ਦਾ ਰੂਟ ਕੱਟਿਆ ਜਾਂਦਾ ਅਤੇ ਆਪਣੇ ਕੋਲੇ ਸਿਰਫ ਸੰਖਿਆ ਬਚ ਜਾਂਦੀ ਹੈ। ਕਲੀਅਰ ਹੋ ਗਿਆ ਬੇਟਾ। ਮੈਂ ਤੁਹਾਨੂੰ ਇਹਦੀ ਹਿਸਟਰੀ ਵੀ ਦੱਸਦੀ ਵੀ ਕਿਸ ਤਰ੍ਹਾਂ ਨਾਲ ਆਪਣਾ ਇਹ ਆਨਸਰ ਆਉਂਦਾ। ਸੈਕਿੰਡ ਕੁਐਸਚਨ, 5 + √5 ਨੂੰ ਆਪਾਂ ਗੁਣਾ ਕਰਨੀ ਹੈ 5 - √5 ਨਾਲ। ਤਾਂ ਇੱਥੇ ਦੇਖੋ ਆਈਡੈਂਟਿਟੀ ਲੱਗ ਰਹੀ ਹੈ, ਕਿਹੜੀ ਵਾਲੀ, a + b ਦੀ ਗੁਣਾ a - b ਨਾਲ। ਤਾਂ ਕੀ ਆਨਸਰ ਆਉਂਦਾ ਹੁੰਦਾ ਇਹਦਾ, a² - b²। ਤਾਂ a² ਕੀ ਹੈ ਉਰੇ ਆਪਣੇ ਕੋਲੇ 5 ਹੈ, ਤਾਂ 5 ਦਾ ਸਕੁਏਅਰ। b ਕਿੰਨਾ ਆਪਣੇ ਕੋਲੇ √5, ਤਾਂ ਉਹਦਾ ਸਕੁਏਅਰ। ਹੁਣ 5 ਦਾ ਸਕੁਏਅਰ ਕਰਾਂਗੇ ਜੀ 25, √5 ਦਾ ਸਕੁਏਅਰ ਕਰਾਂਗੇ ਮਤਲਬ √5 ਨੂੰ √5 ਨਾਲ ਗੁਣਾ ਕੀਤੀ 5, ਹੁਣੇ ਸਿੱਖ ਕੇ ਹਟੇ ਹਾਂ। ਤਾਂ 25 ਚੋਂ 5 ਘਟਾਵਾਂਗੇ, ਕਿੰਨਾ ਆ ਜਾਊਗਾ 20। ਹੁਣ ਇਹ ਕੀ ਸੰਖਿਆ, 20 ਕਿਹੜੀ ਸੰਖਿਆ ਜੀ, ਪਰਿਮੇਯ। ਤਾਂ ਪਹਿਲੇ ਕੁਐਸਚਨ ਦੇ ਵਿੱਚ ਆਪਣਾ ਆਨਸਰ ਆਇਆ ਸੀ 15, ਉਹ ਵੀ ਕੀ ਸੀ, ਪਰਿਮੇਯ ਸੰਖਿਆ। ਦੂਜੇ ਕੁਐਸਚਨ ਦੇ ਵਿੱਚ ਆਪਣਾ ਆਨਸਰ ਆਇਆ 20,
तो ये भी की है एक परिमेय संख्या। थर्ड क्वेश्चन है, देखो ਉਹਦੇ ਵਿੱਚ भी आइडेंटिटी लगती है ਕਿਹੜੀ वाली बच्चे, a+b ਦਾ ਸਕੇਅਰ। ਤੈਨੂੰ ਕਿਵੇਂ ਖੋਲਦੇ ਹੁੰਦੇ ਸੀ, a ਸਕੇਅਰ + 2ab + b ਸਕੇਅਰ। याद आ गई आइडेंटिटी, आप 8वीं करते होंगे सी। दोबारा लिखते हैं, a + b का स्केयर इज इक्वल टू यानी कि बराबर है a स्केयर + 2ab + b स्केयर। चलो जी, हुण इस सम के उपर आप आइडेंटिटी लगाइए। पहला हैगा 5 का स्केयर प्लस 2 गुणा, देखो किहड़े अखर ने, 5 ते √2 ते b किन्ना अपने कोले √2 इहदा स्केयर। 5 का स्केयर किन्ना हो जाएगा जी 25। इन्हां नूं गुणा करांगे, देखो 5 दूनी 10 √2, क्योंकि तो नाल ही रहेगा, तो किसी ना खत्म नहीं हो रहा। √2 का स्केयर 2, तो हुण आ 25 दे विच 2 जुड़ रहा है क्योंकि ये लाइक टर्म्स ने, समान ने, तो 10 √2 साइड ते रह रहा है। हुण देखो जो भी ये प्लस हो रहा है उहदे विच एक संख्या की है अपरिमेय। तो जदों आपां कदे भी ना खत्म होने वाली संख्या दे विच कुछ भी छोटी जी संख्या कोई भी होर जोड़ांगे तो वह अपरिमेय ही रहेगी। तो इस तरह नाल ये संख्या की आऊगी अपरिमेय। क्लीयर होगी बेटा ये गल। हुण आपां चलदे हां इसदी होम असाइनमेंट ते। देखो जी, इहदे विच इहने की कहा, 2 अजिहियां अपरिमेय संख्यावां दीयां उदाहरणां दिओ जिन्हां दा अंतर एक परिमेय संख्या होवे। गिव एग्जाम्पल ऑफ 2 रैशनल नंबर्स whose difference is a rational number। तो 2 अपरिमेय सोचो यह जिहियां बच्चे जिन्हां नूं आपां घटाओ करिए तो एक परिमेय संख्या बन जाए। घटाओ करिए मतलब अंतर लईए जदों उन्हां दा। हुण मैं देखो लै रही, एक तो 2 + √5 लिख लिया अपरिमेय संख्या, ठीक है। दूजी मैंने √5 लिख ली, ये भी तो एक अपरिमेय संख्या ही है। तो इन्हां दा माइनस करन नूं कहा उन्हें, इन्हां दा अंतर जदों मैं माइनस करूँगी तो इत्थे माइनस की निशानी भी लाऊँगी, इहदे नाल इह कट गया, अपने कोल की बचिया 2, ते 2 की है एक परिमेय संख्या। समझ आ गया जी। हुण अगले च उन्हें की कहा भी उदाहरण दिओ 2 अपरिमेय संख्यावां दी जिन्हां दा अंतर एक अपरिमेय संख्या होवे। चलो जी, ये भी दे दें आप उदाहरण, सेम उदाहरण ही चक लो। इन्हां दा अंतर कहा ना इन्हें, तो इत्थे आपां माइनस का √5 लै लो। चलो थोड़े लिए होर सौखा कर दिंने आ, इत्थे ये संख्या लै लो, दूजी संख्या उही लै लो। हुण इन्हां दा अंतर करन नूं कहा तो आपां अंतर कर दिंने आ, माइनस की निशानी लगा दिंने आ। 2 इदां ही है क्योंकि सिंगल है, ये 1 √5 है, ये 1 √5 है, दोनों के मूहरे माइनस की निशानी है, तो ये जुड़नगे 2 √5 हो जाएंगे। तो इन्हां दा ही आंसर की आ जाऊगा, ये किहड़ी संख्या आ जाऊगी अपरिमेय। ठीक है जी, क्लीयर है गल। हुण आपां चलदे हां नैक्सट डे दे काम ते। इहदे विच इहने की कहा, आपां नूं बटियां वालियां संख्यावां नूं दशमलव विच बदलना सिखाया। तो ये काम आपां बेटा 9th दे विच करके भी आए हैं। जिवें इहने कहा 5/6 नूं दशमलव संख्या दे विच बदलना है, ठीक है, तो दसना भी उहदा दशमलव विस्तार किस तरह का। तो आपां 5/6 नूं किवें पढ़दे हां, 5/6, ठीक है, 5/6। तो ये विच इहने 6 बाहर लगाना सी बच्चे, 6 बाहर लगाना सी, 5 अंदर लगाना सी। अच्छा ये दूजा सम है, ठीक है, ओके। 6/5 है। तो हुण इहदे विच जिवें 5/6 है, तो 5/6 जदों आपां कर रहे हैं तो 6 बाहर रखांगे, 5 अंदर रखांगे, तो इहदी भाग करांगे जो कि इस टाइप की आऊगी। ये किस टाइप की आ रही है, 0.8333333 अपने आप को रिपीट कर रहे हैं। तो ये किस तरह का दशमलव निरूपण है, नॉन टर्मीनेटिंग रिपीटिंग, ठीक है, मतलब अशांत आवर्ती। जदों आपां ये वाला क्वेश्चन किया 6/5 वाला, मतलब 5 बाहर रखा है, 6 अंदर रखा है, तो इसका आंसर कितना आ रहा है 1.2, मतलब खत्म हो रहा है, ये शांत है।
ਤਾਂ ਇਸ ਤਰ੍ਹਾਂ ਦਾ ਹੀ ਕੰਮ ਇਹਨੇ ਆਪਾਂ ਨੂੰ ਹੋਮ ਅਸਾਈਨਮੈਂਟ ਦੇ ਵਿੱਚ ਦਿੱਤਾ। ਹਾਂਜੀ, ਇਹ ਆਪਾਂ ਹੁਣ ਕਰਕੇ ਦੇਖਦੇ ਹਾਂ। ਪਹਿਲਾ ਹੈ ਆਪਣੇ ਕੋਲੇ 3/8, ਤਾਂ ਇਹਨੂੰ ਕਿਵੇਂ ਪੜਾਂਗੇ? 3 ਡਿਵਾਈਡਡ ਬਾਏ 8, ਮਤਲਬ ਆਪਾਂ ਨੇ 8 ਬਾਹਰ ਰੱਖਣਾ, 3 ਅੰਦਰ ਰੱਖਣਾ ਤੇ ਡਿਵਾਈਡ ਕਰਨੀ ਸ਼ੁਰੂ ਕਰਨੀ ਹੈ। ਹੁਣ 8 ਦੇ ਪਹਾੜੇ 'ਤੇ 3 ਤਾਂ ਆਉਂਦਾ ਨਹੀਂ, ਆਪਾਂ ਪਹਿਲਾਂ ਹੀ ਡੈਸੀਮਲ ਲਗਾ ਲਾਂਗੇ ਤੇ 0 ਤਾਰ ਲਾਂਗੇ। ਇਹਦਾ ਇੱਕ ਹੋਰ ਵੀ ਤਰੀਕਾ, ਆਪਾਂ ਨੂੰ ਉਸ ਢੰਗ ਨਾਲ ਵੀ ਕਰ ਸਕਦੇ ਹਾਂ। ਦੇਖੋ 8, ਹਾਂਜੀ ਦੇਖੋ ਪਹਿਲਾਂ ਆਪਾਂ 8 ਦਾ ਪਹਾੜਾ ਪੜ੍ਹਦੇ ਹਾਂ, ਬਿਲਕੁਲ 0 ਲੈਵਲ ਤੋਂ ਚੱਲਦੇ ਹਾਂ। 8 ਦੇ ਪਹਾੜੇ 'ਤੇ 3 ਨਹੀਂ ਆਉਂਦਾ, ਪਰ ਪਹਾੜਾ ਪੜ੍ਹਨਾ ਜ਼ਰੂਰੀ ਹੈ, ਤਾਂ 8 0 0 ਪੜ੍ਹਦੇ ਹਾਂ। ਠੀਕ ਹੈ, 8 0 0, 3 ਆ ਗਿਆ। ਹੁਣ ਕੀ ਕਰੀਏ? ਹੁਣ ਡੈਸੀਮਲ ਲਗਾ ਲਾਂਗੇ, 0 ਤਾਰ ਲਾਂਗੇ। ਹੁਣ ਕਿੰਨੇ 'ਤੇ ਜਾਊਗਾ? 8, 1 8 8, 2 8 16, 3 8 24, ਤਾਂ ਇਹਦੇ ਨੀਚੇ ਕੀ ਲੱਗੂਗਾ? 24। ਘਟਾਓ ਕਰਕੇ ਕੀ ਆ ਜਾਏਗਾ ਆਪਣੇ ਕੋਲੇ? 6। ਡੈਸੀਮਲ ਲੱਗਿਆ ਹੋਇਆ, ਆਪਾਂ 0 ਹੋਰ ਵੀ ਲਿਖ ਸਕਦੇ ਹਾਂ। ਠੀਕ ਹੈ, ਤਾਰ ਸਕਦੇ ਹਾਂ। ਤਾਂ 8 7 56, 4, ਹੁਣ ਆਪਾਂ ਹੋਰ 0 ਲਿਖ ਲਈ, ਤਾਂ ਹੁਣ ਕਿੰਨੇ 'ਤੇ ਜਾਏਗਾ? 5 'ਤੇ। ਤਾਂ ਆਪਣੀ ਜਿਹੜੀ ਡਿਵਾਈਡ ਸੀ ਉਹ ਹੋ ਗਈ ਖਤਮ। ਤਾਂ ਇਹਦਾ ਆਨਸਰ ਆਪਣੇ ਕੋਲੇ ਆ ਗਿਆ ਫਸਟ ਵਾਲੇ ਦਾ 0.375, 0.375। ਕਿਸ ਤਰ੍ਹਾਂ ਦਾ ਦਸ਼ਮਲਵ ਨਿਰੂਪਣ ਹੈ ਜੀ? ਸ਼ਾਂਤ। ਠੀਕ ਹੈ, ਤਾਂ ਕਿਸ ਤਰ੍ਹਾਂ ਦਾ ਦਸ਼ਮਲਵ ਨਿਰੂਪਣ ਆਇਆ? ਸ਼ਾਂਤ। ਹੁਣ ਆਪਾਂ ਨੈਕਸਟ ਕੁਐਸਚਨ ਕਰੀਏ। 10/7, ਤਾਂ ਆਪਾਂ 7 ਬਾਹਰ ਰੱਖਣਾ ਜੀ, 10 ਅੰਦਰ ਰੱਖਣਾ। 7 ਦਾ ਪਹਾੜਾ ਪੜੋ, 7 ਏਕਮ 7, 3 ਆਪਾਂ ਡੈਸੀਮਲ ਲਗਾ ਕੇ 0 ਤਾਰ ਲਓ, 7 ਚੌਕਾ 28, 2 ਬਚਿਆ, 0 ਤਾਰ ਲਓ, 7 दूनी 14, 0 ਹੋਰ ਤਾਰ ਲਈ ਆਪਾਂ, 8 7 56, 40, 7 5 35, 7 7 49। ਤਾਂ ਇੱਥੋਂ ਆਪਾਂ ਕੈਰੀ ਔਨ ਕਰਦੇ ਹਾਂ। 49 ਘਟਾਵਾਂਗੇ, 1 ਬਚ ਗਿਆ, 0 ਲਗਾ ਦਾਂਗੇ, 1 'ਤੇ ਗਿਆ 7, 3 ਬਚਿਆ 30, ਕਿੰਨੇ 'ਤੇ ਗਿਆ? 7 ਚੌਕਾ 28, 2 0, ਹਾਂਜੀ। ਤਾਂ ਇਸ ਤੋਂ ਬਾਅਦ ਆਪਣੇ ਕੋਲੇ 7 दूनी 14, 6। ਤਾਂ ਤੁਸੀਂ ਹੁਣ ਕੀ ਦੇਖ ਰਹੇ ਹੋ ਵੀ ਉਹੀ ਸੇਮ ਅੱਖਰ ਹੀ ਦੁਬਾਰਾ ਰਿਪੀਟ ਹੋਣ ਲੱਗ ਗਏ, ਹੈ ਨਾ? ਦੇਖੋ ਤੁਸੀਂ 10 ਤੋਂ ਸ਼ੁਰੂ ਕੀਤਾ ਸੀ, ਉੱਦਾਂ ਹੀ 7 ਆ ਗਿਆ। ਤੁਸੀਂ 28 ਲਿਖਿਆ ਸੀ, ਉੱਦਾਂ ਹੀ 28 ਆ ਗਿਆ। 14 ਲਿਖਿਆ ਸੀ, ਉਵੇਂ 14 ਆ ਗਿਆ। 56 ਲਿਖਿਆ ਸੀ, ਤਾਂ 60 ਆ ਕੇ ਉਵੇਂ 56 ਹੀ ਆਉਣਾ। ਇਹਦਾ ਮਤਲਬ ਸਾਰੇ ਦਾ ਸਾਰਾ ਆਨਸਰ ਆਪਣੇ ਆਪ ਨੂੰ ਰਿਪੀਟ ਕਰ ਰਹੇ ਹੈ। ਤਾਂ ਇਸ ਦਾ ਦਸ਼ਮਲਵ ਵਿਸਤਾਰ ਕਿਸ ਤਰ੍ਹਾਂ ਦਾ ਹੋਵੇਗਾ? ਅਸ਼ਾਂਤ ਆਵਰਤੀ। नॉन टर्मीनेटिंग रिपीटिंग। क्लीयर हो गया जी सम थानू ये? वैरी गुड, शाबाश। हुण आपां डे होम असाइनमेंट ते चलीए। परिमेय संख्यावां दा दशमलव निरूपण किस प्रकार का हो सकता है? विच टाइप ऑफ डेसिमल प्रेजेंटेशन डज रैशनल नंबर्स हैव? अच्छा, इन्ने खुश हो रहे हो, तुहानू आंसर पता है? वैल डन, वैरी गुड। हाँ जी, वही आंसर है जिहड़ा आपां वीडियो के शुरू विच तुहानू दस्सिया सी। परिमेय संख्यावां दा दशमलव निरूपण किस तरह का हो सकता है जी? शांत, मतलब टर्मीनेटिंग। वैरी गुड। या फिर हो सकता है जी अशांत आवर्ती, मतलब नॉन टर्मीनेटिंग, ख़त्म नहीं हो रहा, नॉन टर्मीनेटिंग रिपीटिंग। ठीक है, समझ आ गया जी? तो दशमलव निरूपण इस तरह का हो सकता है। सैकेंड चो उन्हें पूछा अपरिमेय संख्यावां का दशमलव निरूपण किस तरह का हो सकता है? विच टाइप ऑफ डेसिमल प्रेजेंटेशन डज इरैशनल नंबर्स हैव? तो इरैशनल नंबर्स का दसो जी। आपां हुणी कीता सी अशांत अण आवर्ती, मतलब वो ना तो खत्म होंदी उन्होंने डिवाइड है जिहड़ी, ना फिर वो अपने आप को दोहराउंदे ने। तो इंग्लिश दे विच की लिखांगे? नॉन टर्मीनेटिंग, नॉन रिपीटिंग।
ਅੱਛਾ, ਇੱਥੇ ਕਈ ਵਾਰ ਨਾ ਰਿਪੀਟਿੰਗ ਸ਼ਬਦ ਦੀ ਜਗ੍ਹਾ ਆਪਾਂ ਰੈਕਰਿੰਗ ਸ਼ਬਦ ਵੀ ਵਰਤ ਲੈਂਦੇ ਹਾਂ। ਠੀਕ ਹੈ ਜੀ, ਸਮਝ ਆ ਗਿਆ ਸਾਰਿਆਂ ਨੂੰ ਸ਼ੀਟ ਨੰਬਰ 2 ਦਾ ਕੰਮ। ਤਾਂ ਇਸੇ ਤਰ੍ਹਾਂ ਮਹਿਲ ਕਲਾਸਿਸ ਨਾਲ ਜੁੜੇ ਰਹੋ, ਲਾਈਕ ਕਰਦੇ ਰਹੋ, ਸ਼ੇਅਰ ਕਰਦੇ ਰਹੋ ਅਤੇ ਵਧੀਆ ਵਧੀਆ ਤਰ੍ਹਾਂ ਨਾਲ ਮੈਥ ਸਿੱਖਦੇ ਰਹੋ। ਬਾਏ ਬਾਏ ਬੇਟਾ।